ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਦੇਸ਼ਾਂ ਵਿਦੇਸ਼ਾਂ ਵਿੱਚ ਸਮੁੱਚੀਆਂ ਸਿੱਖ ਸੰਗਤਾਂ ਸ਼ਰਧਾ ਸਤਿਕਾਰ ਸਹਿਤ ਮਨਾ ਰਹੀਆਂ ਹਨ। ਆਓ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਦੇ ਮੌਕੇ ਤੇ ਆਪ ਜੀ ਦੇ ਜੀਵਨ, ਕਾਰਜਾਂ ਅਤੇ ਸਿੱਖਿਆਵਾਂ ਤੇ ਮਾਰਦੇ ਹਾਂ ਇੱਕ ਝਾਤ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਕੱਤਕ ਵਦੀ 2 ਸੰਮਤ 1591-1534 ਈਸਵੀ ਨੂੰ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਸ੍ਰੀ ਗੁਰੂ ਰਾਮਦਾਸ ਜੀ ਦੇ ਪਿਤਾ ਦਾ ਨਾਮ ਹਰਿਦਾਸ ਜੀ ਅਤੇ ਮਾਤਾ ਦਾ ਨਾਮ ਦਇਆ ਕੌਰ ਜੀ ਸੀ। ਮਾਤਾ ਜੀ ਨੂੰ ਦਇਆ ਕੌਰ ਅਤੇ ਅਨੂਪ ਦੇਵੀ ਦੋਵਾਂ ਨਾਵਾਂ ਨਾਲ ਜਾਣਿਆ ਜਾਂਦਾ ਸੀ। ਸ੍ਰੀ ਗੁਰੂ ਰਾਮਦਾਸ ਜੀ ਦਾ ਮੂਲ ਨਾਮ ਰਾਮਦਾਸ ਸੀ, ਪਰ ਘਰ ਵਿੱਚ ਸਭ ਤੋਂ ਵੱਡੇ ਹੋਣ ਦੇ ਕਾਰਨ ਆਪ ਜੀ ਨੂੰ ਜੇਠਾ ਕਹਿ ਕੇ ਵੀ ਸੰਬੋਧਿਤ ਕੀਤਾ ਜਾਂਦਾ ਸੀ। ਬਚਪਨ ਵਿੱਚ ਹੀ ਮਾਤਾ ਪਿਤਾ ਜੀ ਦੇ ਗੁਜ਼ਰ ਜਾਣ ਕਾਰਨ ਭਾਈ ਜੇਠਾ ਜੀ ਦੇ ਨਾਨੀ ਜੀ ਉਹਨਾਂ ਦੇ ਨਾਨਕੇ ਪਿੰਡ ਬਾਸਰ ਕੇ ਗਿੱਲਾਂ ਵਿੱਚ ਉਹਨਾਂ ਨੂੰ ਆਪਣੇ ਕੋਲ ਲੈ ਗਏ ਅਤੇ ਉੱਥੇ ਹੀ ਭਾਈ ਜੇਠਾ ਜੀ ਦਾ ਪਾਲਣ ਪੋਸ਼ਣ ਕੀਤਾ। ਆਪ ਜੀ ਘੁੰਗਣੀਆਂ ਵੇਚ ਕੇ ਜੀਵਨ ਨਿਰਵਾਹ ਕਰਨ ਲੱਗੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਆਪ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਗਰੀਬੀ ਨੂੰ ਵੇਖਿਆ, ਉੱਥੇ ਸਤਿਗੁਰੂ ਮਹਾਰਾਜ ਨੇ ਗਰੀਬੀ ਵਿੱਚ ਵੀ ਲੋੜਵੰਦਾਂ ਦੀ ਮਦਦ ਕੀਤੀ। ਜਦੋਂ ਸਤਿਗੁਰੂ ਜੀ ਦਾ ਬਚਪਨ ਵੇਖਦੇ ਹਾਂ ਤਾਂ ਸਤਿਗੁਰੂ ਜੀ ਦੇ ਪਿਤਾ ਜੀ ਅਤੇ ਮਾਤਾ ਜੀ ਦਾ ਸਾਇਆ ਸਿਰ ਤੋਂ ਚਲਿਆ ਗਿਆ। ਤਾਂ ਮੇਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਾਨੀ ਮਾਂ ਨੇ ਜਿਸ ਵੇਲੇ ਘੁੰਗਣੀਆਂ ਤਿਆਰ ਕਰਕੇ ਦਿੱਤੀਆਂ, ਸਤਿਗੁਰੂ ਮਹਾਰਾਜ ਘੁੰਗਣੀਆਂ ਵੇਚਣ ਗਏ ਨੇ, ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਰੀਬ ਨਿਵਾਸ ਜੀ ਨੇ ਇੱਕ ਭੁੱਖੇ ਸਾਧੂ ਦੇ ਮੰਗ ਕਰਨ ਤੇ ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਸਾਰੀ ਚੰਗੇਰ ਹੀ ਉਸ ਨੂੰ ਭਰੀ ਭਰਾਈ ਘੁੰਗਣੀਆਂ ਦੀ ਦੇ ਦਿੱਤੀ। ਸਤਿਗੁਰੂ ਜੀ ਨੇ ਜਿਹੜਾ ਲੰਗਰ ਦਾ ਕਨਸੈਪਟ, ਦੀਨ ਦੁਨੀਆ ਦੇ ਉਧਰ ਭਰਨ ਦਾ ਜਿਹੜਾ ਕਨਸੈਪਟ ਸੀ, ਉਹ ਬਚਪਨ ਤੋਂ ਹੀ ਪ੍ਰਾਰੰਭ ਕਰ ਦਿੱਤਾ ਸੀ। ਪਿੰਡ ਬਾਸਰ ਕੇ ਗਿੱਲਾਂ ਸ੍ਰੀ ਗੁਰੂ ਅਮਰਦਾਸ ਜੀ ਦਾ ਪਿੰਡ ਸੀ। ਨਗਰ ਬਾਸਰ ਕੇ ਜੋ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ, ਇਹ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਨਾਨਕਾ ਨਗਰ ਹੈ। ਔਰ ਕੁਝ ਸਮੇਂ ਬਾਅਦ ਜਦੋਂ ਪਰਿਵਾਰ ਨੇ, ਸ਼ਰੀਕਾਂ ਨੇ ਸਤਿਗੁਰਾਂ ਦੀ ਬਾਂਹ ਨਾ ਫੜੀ, ਕੋਈ ਆਸਰਾ ਨਾ ਦਿੱਤਾ, ਅਤੇ ਸਤਿਗੁਰਾਂ ਦੀ ਨਾਨੀ ਜੀ ਸਤਿਗੁਰਾਂ ਨੂੰ ਨਾਲ ਲੈ ਕੇ ਤੇ ਆਪਣੇ ਨਗਰ ਬਾਸਰ ਕੇ ਵਿਖੇ ਲੈ ਆਏ। ਜਦੋਂ ਉਹਨਾਂ ਦੇ ਜਵਾਈ ਦੇ ਭਾਵ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਿਤਾ ਜੀ ਦੇ ਅਕਾਲ ਚਲਾਣਾ ਕਰਨ ਦਾ ਅਫਸੋਸ ਕਰਨ ਵਾਸਤੇ ਬੈਠਣ ਵਾਸਤੇ ਗੁਰੂ ਅਮਰਦਾਸ ਜੀ ਮਹਾਰਾਜ, ਜੋ ਕਿ ਉਸ ਵਕਤ ਗੁਰੂ ਨਹੀਂ ਸਨ ਬਣੇ ਔਰ ਪਿੰਡ ਦੇ ਨਗਰ ਦੇ ਮੋਹਰੇ ਮੁਖੀਆਂ ਦੇ ਵਿੱਚੋਂ ਇੱਕ ਸਨ, ਅਫਸੋਸ ਕਰਨ ਵਾਸਤੇ ਗਏ ਸਨ। ਅਤੇ ਸਤਿਗੁਰਾਂ ਦੀ ਨਾਨੀ ਨੇ ਭਾਈ ਜੇਠਾ ਜੀ ਦੀ ਬਾਂਹ ਉਸ ਵਕਤ ਹੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਪਕੜਾ ਦਿੱਤੀ। ਅਤੇ ਜਿਸ ਵੇਲੇ ਗੋਇੰਦਵਾਲ ਵਸਾਇਆ ਤਾਂ ਉਸ ਵੇਲੇ ਸਤਿਗੁਰੂ ਜੀ ਨੇ ਆਪਣੇ ਨਾਲ ਪਰਿਵਾਰ ਦੇ ਨਾਲ ਧੰਨ ਗੁਰੂ ਰਾਮਦਾਸ ਜੀ ਅਤੇ ਉਹਨਾਂ ਦੀ ਨਾਨੀ ਸਮੇਤ ਪਰਿਵਾਰ ਉਹਨਾਂ ਨੂੰ ਵੀ ਗੋਇੰਦਵਾਲ ਲਿਆਂਦਾ ਗਾ। ਕਿਉਂਕਿ ਸਤਿਗੁਰੂ ਮਹਾਰਾਜ ਧੰਨ ਗੁਰੂ ਅਮਰਦਾਸ ਜੀ ਨੇ ਜਿਸ ਵੇਲੇ ਨਾਨਕੇ ਨਗਰ ਗੁਰੂ ਰਾਮਦਾਸ ਜੀ ਆਏ ਨੇ, ਉਸੇ ਵੇਲੇ ਸਿਰ 'ਤੇ ਹੱਥ ਰੱਖ ਕੇ ਕਹਿ ਦਿੱਤਾ ਸੀ, ਪੁਰਖਾ ਅੱਜ ਤੋਂ ਤੂੰ ਯਤੀਮ ਨਾ ਜਾਣੀ, ਅੱਜ ਤੋਂ ਤੇਰਾ ਮੈਂ ਹਾਂ, ਅੱਜ ਤੋਂ ਬਾਅਦ ਤੇਰੇ ਸਿਰ 'ਤੇ ਮੈਂ ਹੱਥ ਰੱਖਾਂਗਾ। ਤਾਂ ਸਤਿਗੁਰੂ ਜੀ ਨੇ ਸੱਚਮੁੱਚ ਉਹ ਕਿਰਪਾ ਕੀਤੀ, ਗੋਇੰਦਵਾਲ ਲੈ ਕੇ ਆਂਦਾ। ਇੱਥੇ ਆਪਣਾ ਉਹਨਾਂ ਨੇ ਘੁੰਗਣੀਆਂ ਵੇਚਣ ਦੀ ਕਿਰਤ ਕਰਨੀ, ਉੱਥੇ ਸਤਿਗੁਰਾਂ ਦੇ ਦਰਬਾਰ ਵਿੱਚ ਸੇਵਾਵਾਂ ਕਰਨੀਆਂ, ਸੰਗਤ ਦੀਆਂ ਸੇਵਾਵਾਂ ਕਰਨੀਆਂ, ਜਲ ਢੋਣ ਦੀ ਸੇਵਾ ਕਰਨੀ, ਲੰਗਰਾਂ ਦੀ ਸੇਵਾ ਕਰਨੀ, ਲੱਕੜਾਂ ਆਦਿ ਦੀ ਸੇਵਾ ਕਰਨੀ। ਔਰ ਜੋ ਬੌਲੀ ਸਾਹਿਬ ਦਾ ਨਿਰਮਾਣ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਰਵਾ ਸਨ, ਉਹਦੇ ਵਿੱਚ ਵੀ ਜਾ ਕੇ ਸਤਿਗੁਰਾਂ ਨੇ ਆਪਣੀ ਸੇਵਾ ਦਾ ਜਿਹੜਾ ਹਿੱਸਾ ਹੈ ਉਹ ਸਤਿਗੁਰਾਂ ਨੇ ਪਾਉਣਾ ਸ਼ੁਰੂ ਕਰ ਦਿੱਤਾ। ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਲੋਕਾਈ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦ੍ਰਿੜ ਕਰਵਾਉਣ ਅਤੇ ਊਚ ਨੀਚ ਦੇ ਭੇਦਭਾਵ ਨੂੰ ਦੂਰ ਕਰਨ ਲਈ ਬੌਲੀ ਦਾ ਨਿਰਮਾਣ ਕਰਵਾਇਆ। ਇਸ ਬੌਲੀ ਦੇ ਨਿਰਮਾਣ ਦੌਰਾਨ ਸ੍ਰੀ ਗੁਰੂ ਰਾਮਦਾਸ ਜੀ ਨੇ ਦਿਨ ਰਾਤ ਸੇਵਾ ਕੀਤੀ ਅਤੇ ਮਿੱਟੀ ਦੀਆਂ ਟੋਕਰੀਆਂ ਸਿਰ ਤੇ ਢੋਈਆਂ। ਸਤਿਗੁਰੂ ਜੀ ਨੇ ਬੌਲੀ ਸਾਹਿਬ ਦੇ ਵਿੱਚ ਬੇਅੰਤ ਅਣਥੱਕ ਸੇਵਾ ਕੀਤੀ। ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਸੇਵਾ ਵਿੱਚ ਸਤਿਗੁਰੂ ਹਾਜ਼ਰ ਹੋ ਜਾਂਦੇ। ਜਿਸ ਵੇਲੇ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਸੇਵਾ ਕਰਦੇ ਤਾਂ ਸਭ ਤੋਂ ਪਹਿਲਾਂ ਸੰਗਤਾਂ ਦੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਈਆਂ ਬਾਲਟੇ ਟੋਕਰੀਆਂ ਲਿਆ ਕੇ ਹਾਜ਼ਰ ਕਰਦੇ। ਸੰਗਤਾਂ ਸੇਵਾਵਾਂ ਕਰਦੀਆਂ, ਨਾਲ ਸਤਿਗੁਰੂ ਬੌਲੀ ਸਾਹਿਬ ਦੇ ਵਿੱਚੋਂ ਕਾਰ ਮਿੱਟੀ ਦੀ ਟੋਕਰੀ ਭਰ ਕੇ ਲੈ ਕੇ ਜਾਂਦੇ। ਇੱਕ ਦਿਨ ਇਸੇ ਤਰ੍ਹਾਂ ਹੀ
ਸਤਿਗੁਰੂ ਜੀ ਦੇ ਲਾਹੌਰ ਤੋਂ ਸਰੀਕੇ ਕਬੀਲੇ ਦੇ ਲੋਕ ਆਏ ਨੇ। ਉਹਨਾਂ ਨੇ ਵੇਖਿਆ ਸਤਿਗੁਰੂ ਜੀ ਨੂੰ ਸਿਰ ਤੇ ਟੋਕਰੀ ਢੋਂਦਿਆਂ ਹੋਇਆਂ ਤੇ ਧੰਨ ਗੁਰੂ ਰਾਮਦਾਸ ਜੀ ਨੂੰ ਉੱਚਾ ਬੋਲ ਬੋਲੇ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਵੀ ਉੱਚਾ ਬੋਲ ਬੋਲ ਕੇ ਕਿਹਾ ਕਿ ਤੁਸੀਂ ਤਾਂ ਸਿਆਣੇ ਸੀ, ਸਾਡੀ ਕੁਲ ਨੂੰ ਲਾਜ ਲਾ ਦਿੱਤੀ ਹੈ। ਸਾਡੀ ਕੁਲ ਦੇ ਤੁਹਾਡੇ ਜਮਾਈ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਾਬਤ ਕਿਹਾ ਕਿ ਇਹ ਇੱਥੇ ਮਜ਼ਦੂਰੀਆਂ ਕਰਦਾ, ਜੇ ਮਜ਼ਦੂਰੀਆਂ ਹੀ ਕਰਨੀਆਂ ਸੀ ਤਾਂ ਲਾਹੌਰ ਕਰ ਲੈਂਦਾ। ਤਾਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਉਸ ਵੇਲੇ ਕਿਹਾ ਸੀ ਕਿ ਇਹ ਕੌਣ ਕਹਿੰਦਾ ਮਜ਼ਦੂਰੀ ਕਰ ਰਹੇ ਨੇ। ਕਹਿੰਦੇ ਵੇਖੋ ਇਹਨਾਂ ਦੇ ਸਿਰ ਦੇ ਉੱਤੇ ਟੋਕਰੀ ਹੈ, ਕਾਰ ਸਿੱਟ ਰਹੇ ਨੇ, ਗਾਰ ਸਿੱਟ ਰਹੇ ਹੈ। ਮਹਾਰਾਜ ਕਹਿੰਦੇ ਤੁਹਾਡੀ ਨਿਗਾਹ ਦੇ ਵਿੱਚ ਟੋਕਰੀ ਹੈ, ਇਹ ਤਾਂ ਦੀਨ ਦੁਨੀ ਦਾ ਛਤਰ ਹੈ ਜਿਹੜਾ ਇਹਨਾਂ ਦੇ ਸੀਸ ਤੇ ਝੁੱਲ ਰਿਹਾ। ਇੱਕ ਦਿਨ ਸਤਿਗੁਰਾਂ ਦੇ ਮਹਿਲ ਮਾਤਾ ਮਨਸ਼ਾ ਦੇਵੀ ਜੀ, ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਮਹਿਲ, ਜਿਨ੍ਹਾਂ ਨੇ ਆਪਣੀ ਬੱਚੀ ਬੀਬੀ ਭਾਨੀ ਦੇ ਰਿਸ਼ਤੇ ਦੀ ਗੱਲ ਗੁਰੂ ਅਮਰਦਾਸ ਜੀ ਮਹਾਰਾਜ ਜੀ ਨਾਲ ਕੀਤੀ ਕਿ ਸਾਡੀ ਬੱਚੀ ਬੀਬੀ ਭਾਨੀ ਹੁਣ ਵਰ ਦੇ ਯੋਗ ਹੈ, ਇਹਦੇ ਵਾਸਤੇ ਕੋਈ ਯੋਗ ਵਰ ਚਾਹੀਦਾ ਹੈ। ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ ਕਿ ਮਨਸ਼ਾ ਦੇਵੀ ਵਰ ਕਿਹੋ ਜਿਹਾ ਹੋਵੇ। ਤੇ ਕੋਲੋਂ ਦੀ ਸੇਵਾ ਲੈ ਕੇ ਭਾਈ ਜੇਠਾ ਜੀ ਗੁਜ਼ਰ ਰਹੇ ਸਨ ਤੇ ਮਾਤਾ ਮਨਸ਼ਾ ਦੇਵੀ ਜੀ ਕਹਿਣ ਲੱਗੀ ਕਿ ਜੇਠੇ ਵਰਗਾ ਵਰ ਬੀਬੀ ਭਾਨੀ ਵਾਸਤੇ ਚਾਹੀਦਾ। ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਚਨ ਕੀਤੇ ਕਿ ਮਨਸ਼ਾ ਦੇਵੀ, ਜੇਠੇ ਵਰਗਾ ਸੰਸਾਰ ਵਿੱਚ ਜੇਠਾ ਹੀ ਹੈ, ਜੇਠੇ ਵਰਗਾ ਸਮੁੱਚੇ ਸੰਸਾਰ ਵਿੱਚ ਹੋਰ ਕੋਈ ਨਹੀਂ। ਆਪਾਂ ਆਪਣੀ ਧੀ ਦਾ ਰਿਸ਼ਤਾ ਜੇਠੇ ਨੂੰ ਕਰ ਦਈਏ। ਰਿਸ਼ਤਾ ਕਰ ਦਿੱਤਾ। ਪਾਤਸ਼ਾਹ ਜੀ ਨੇ ਬੜੀਆਂ ਸੇਵਾਵਾਂ ਕੀਤੀਆਂ, ਗੁਰੂ ਦੀਆਂ ਖੁਸ਼ੀਆਂ ਲਈਆਂ ਅਤੇ ਇਸ ਸੇਵਾ ਤੋਂ ਖੁਸ਼ ਹੋ ਕੇ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਪੁੱਤਰੀ ਬੀਬੀ ਭਾਨੀ ਜੀ ਦਾ ਜਿਹੜਾ ਵਿਆਹ ਸੀ, ਸ਼ਾਦੀ ਸੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਨਾਲ ਕੀਤੀ। ਆਪ ਜੀ ਦੇ ਮਹਿਲ ਬੀਬੀ ਭਾਨੀ ਜੀ ਨਿਮਰ ਸੁਭਾਅ, ਗੁਣਵਾਨ ਅਤੇ ਸੇਵਾ ਦੇ ਪੁੰਜ ਸਨ। ਬੀਬੀ ਭਾਨੀ ਜੀ ਨੂੰ ਗੁਰੂ ਸੰਤਾਨ, ਗੁਰੂ ਪਤਨੀ ਅਤੇ ਗੁਰੂ ਮਾਤਾ ਹੋਣ ਦਾ ਸੁਭਾਗ ਪ੍ਰਾਪਤ ਹੈ। ਸ੍ਰੀ ਗੁਰੂ ਰਾਮਦਾਸ ਜੀ ਦੇ ਘਰ 3 ਸੁਪੁੱਤਰ ਪ੍ਰਿਥੀ ਚੰਦ ਜੀ, ਮਹਾਦੇਵ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਪੈਦਾ ਹੋਏ। ਇੱਥੇ ਆਪਣੀ ਪੁੱਤਰੀ ਦਾ ਰਿਸ਼ਤਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਕੀਤਾ। ਉੱਥੇ ਨਾਲ ਦੀ ਨਾਲ ਸੇਵਾ ਤੋਂ ਪ੍ਰਸੰਨ ਹੋ ਕਰਕੇ, ਹੁਕਮ ਮੰਨਣ ਤੋਂ ਪ੍ਰਸੰਨ ਹੋ ਕਰਕੇ ਭੱਟ ਸਾਹਿਬਾਨਾਂ ਦੇ ਬਚਨ ਹਨ, ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ, ਤਾਰਨ ਮਨੁੱਖ ਜਨ ਕੀਓ ਪ੍ਰਗਾਸ, ਗੁਰੰਗਦ ਦਿਓ ਨਿਧਾਨ ਅਕਥ ਕਥਾ ਗਿਆਨ, ਪੰਚ ਭੂਤ ਬਸ ਕੀਨੇ ਜਮਤ ਨਾ ਤਰਾਸ, ਗੁਰਮਰ ਗੁਰੂ ਸ੍ਰੀ ਸਤ ਕਲਯੁਗ ਰਾਖੀ ਪਤ, ਅਗਨ ਦੇਖਤ ਗਤ ਚਰਨ ਕਵਲ ਜਾਸ, ਸਭ ਬਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰ ਰਾਮਦਾਸ। ਜੋ ਹਮਰੀ बिद होती मेरे सतगुरा, साबित तुम हर जानहु आपे, हम रुलते फिरते कोई बात ना पूछता, गुर सतगुर संग कीरे हम थापे, धन धन गुरु नानक जन केरा, जित मिलिया चूके सब सोग संतापे। ਸ੍ਰੀ ਗੁਰੂ ਰਾਮਦਾਸ ਜੀ ਨੇ ਪਰਿਵਾਰਕ ਰਿਸ਼ਤੇ ਤੋਂ ਉੱਪਰ ਉੱਠ ਕੇ ਲਗਭਗ 22 ਸਾਲ ਨਿਸ਼ਕਾਮ ਸੇਵਾ ਨਿਰੰਤਰ ਜਾਰੀ ਰੱਖੀ। ਗੁਰਿਆਈ ਦੇਣ ਤੋਂ ਪਹਿਲਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਆਪ ਜੀ ਦੀ ਪ੍ਰੀਖਿਆ ਵੀ ਲਈ। ਸਤਿਗੁਰੂ ਮਹਾਰਾਜ ਨੇ ਹੁਕਮ ਕੀਤਾ ਕਿ ਪੁਰਖਾ ਸਾਡੇ ਬੈਠਣ ਲਈ ਸੰਗਤ ਵਿੱਚ ਉਪਦੇਸ਼ ਕਰਨ ਲਈ ਥੜੇ ਦੀ ਜ਼ਰੂਰਤ ਹੈ, ਤੁਸੀਂ ਥੜਾ ਬਣਾਓ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਥੜਾ ਬਣਾਇਆ। ਧੰਨ ਗੁਰੂ ਅਮਰਦਾਸ ਜੀ ਨੇ ਨਾਲ ਆਪਣੇ ਦੂਸਰੇ ਜਵਾਈ ਭਾਈ ਰਾਮਾ ਜੀ ਨੂੰ ਵੀ ਥੜਾ ਬਣਾਉਣ ਲਈ ਕਿਹਾ। ਸਾਡਾ ਇਤਿਹਾਸ ਕਹਿੰਦਾ ਹੈ ਪਹਿਲੇ ਦਿਨ ਥੜਾ ਬਣਾਇਆ ਦੋਵਾਂ ਨੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਪਰਖ ਕਰ ਰਹੇ ਨੇ। ਸ਼ਾਮਾਂ ਨੂੰ ਜਿਸ ਵੇਲੇ ਥੜਾ ਤਿਆਰ ਹੋ ਗਿਆ, ਦੋਵਾਂ ਨੇ ਬੇਨਤੀ ਕੀਤੀ ਹੈ, ਸਤਿਗੁਰੂ ਆਪ ਜੀ ਦੇ ਹੁਕਮ ਅਨੁਸਾਰ ਥੜਾ ਬਣ ਗਿਆ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋਵਾਂ ਦੇ ਥੜੇ ਵੇਖੇ ਹੈ ਤੇ ਥੜੇ ਵੇਖ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਭਾਈ ਪੁਰਖਾ ਜਿਵੇਂ ਅਸੀਂ ਕਿਹਾ ਸੀ ਇਹ ਥੜੇ ਉਵੇਂ ਨਹੀਂ ਬਣੇ, ਸਾਡੇ ਮਨ ਨੂੰ ਚਿੱਤ ਨੂੰ ਪਸੰਦ ਨਹੀਂ ਆਏ। ਦੋਵਾਂ ਦੇ ਥੜੇ ਢਵਾ ਦਿੱਤੇ ਆ। ਦੂਸਰੇ ਦਿਨ, ਤੀਸਰੇ ਦਿਨ ਲਗਾਤਾਰ ਸਤਿਗੁਰੂ ਮਹਾਰਾਜ ਕਈ ਦਿਨ ਥੜੇ ਬਣਾਉਂਦੇ ਰਹੇ ਆ। ਅਖੀਰ ਸਤਿਗੁਰੂ ਧੰਨ ਗੁਰੂ ਰਾਮਦਾਸ ਰੋਜ਼ਾਨਾ ਜਿਸ ਵੇਲੇ ਸਤਿਗੁਰੂ ਥੜਾ ਢਾਉਂਦੇ ਸੀ ਤਾਂ ਹੱਥ ਜੋੜ ਕੇ ਕਹਿੰਦੇ ਸੀ, ਪਾਤਸ਼ਾਹ ਮੇਰੀ ਮਤ ਥੋੜ੍ਹੀ ਆ, ਤੁਸੀਂ ਸਮਰੱਥ ਹੋ, ਮੈਂ ਭੁੱਲਣਹਾਰ ਹਾਂ, ਤੁਸੀਂ ਅਭੁੱਲ ਹੋ। ਪਰ ਭਾਈ ਰਾਮਾ ਜੀ ਅਖੀਰ ਇਹ ਕਹਿਣ ਲੱਗ ਪਏ ਨੇ, ਸਤਿਗੁਰੂ ਤੁਸੀਂ ਬਜ਼ੁਰਗ ਹੋ ਗਏ ਹੋ, ਬੁੱਢੇ ਹੋ ਗਏ ਹੋ, ਤੁਸੀਂ ਭੁੱਲ ਜਾਂਦੇ ਹੋ, ਮੇਰੇ ਯਾਦ ਹੈ।
ਜਿਵੇਂ ਤੁਸੀਂ ਕਹਿੰਦੇ ਹੋ ਸਤਿਗੁਰੂ, ਮੈਂ ਤਾਂ ਉਵੇਂ ਹੀ ਬਣਾਇਆ, ਤੁਸੀਂ ਭੁੱਲ ਗਏ। ਤੇ ਸਤਿਗੁਰੂ ਜੀ ਨੇ ਵੇਖ ਲਿਆ ਕਿ ਇਹਦੇ ਅੰਦਰ ਹਉਮੈ ਹੈ, ਇਹਦੇ ਵਿੱਚ ਹੁਕਮ ਮੰਨਣ ਦੀ ਗੱਲ ਨਹੀਂ ਹੈ। ਸਤਿਗੁਰੂ ਮਹਾਰਾਜ ਦਾ ਬਚਨ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਜਿਸ ਵਕਤ ਥੜੇ ਬਣਾਉਣ ਵਾਸਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੁਕਮ ਕੀਤਾ ਸੀ, ਸ਼੍ਰੀ ਰਾਮਾ ਜੀ ਦੂਸਰੇ ਦਮਾਦ ਕਹਿੰਦੇ ਸਨ ਵੀ ਆਪ ਜੀ ਦੀ ਉਮਰ ਵਡੇਰੀ ਹੈ, ਆਪ ਜੀ ਭੁੱਲ ਜਾਂਦੇ ਹੋ। ਉੱਥੇ ਸ਼੍ਰੀ ਜੇਠਾ ਭਾਵ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੇਨਤੀ ਕੀਤੀ, ਬਾਰ ਬਾਰ ਬਖਸ਼ਤ ਹੋ ਮੋਹੀ, ਅਪਰਾਧੀਓ ਮੂਰਖ ਕੋਹੀ। ਸਤਿਗੁਰਾਂ ਨੇ ਵਚਨ ਕੀਤਾ ਕਿ ਬਾਹਰ ਵੀ ਉਹ ਥੜਾ ਅੱਜ ਬਣ ਕੇ ਤਿਆਰ ਹੋ ਗਿਆ ਹੈ, ਜਿਹਦੇ ਉੱਪਰ ਅਸੀਂ ਬੈਠਣਾ ਹੈ। ਤੁਹਾਡੇ ਅੰਦਰ ਹਿਰਦੇ ਰੂਪੀ ਵੀ ਜਿਹੜਾ ਥੜਾ ਹੈ ਉਹ ਵੀ ਅੱਜ ਤਿਆਰ ਹੋ ਗਿਆ ਹੈ। ਪਾਤਸ਼ਾਹ ਜੀ ਦੇ ਬਚਨ ਹਨ, ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰੂ ਧਰੇ ਵੇਖਾ। ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰਿਆਈ ਦੇਣ ਦਾ ਫੈਸਲਾ ਕਰ ਲਿਆ ਅਤੇ ਸੰਮਤ 1631 1574 ਈਸਵੀ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਪ ਜੀ ਨੂੰ ਗੁਰਿਆਈ ਬਖਸ਼ੀ। ਸ੍ਰੀ ਗੁਰੂ ਰਾਮਦਾਸ ਜੀ ਨੇ 6 ਸਾਲ 11 ਮਹੀਨੇ 18 ਦਿਨ ਗੁਰਿਆਈ ਦੀ ਸੇਵਾ ਨਿਭਾਈ। ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਨਵਾਂ ਨਗਰ ਸਥਾਪਿਤ ਕਰਨ ਲਈ ਨਿਸ਼ਾਨਦੇਹੀ ਕੀਤੀ ਅਤੇ ਬਾਬਾ ਬੁੱਢਾ ਜੀ ਨੂੰ ਉਹਨਾਂ ਦੇ ਨਾਲ ਭੇਜਿਆ। ਪ੍ਰਿੰਸੀਪਲ ਤੇਜਾ ਸਿੰਘ ਤੇ ਡਾਕਟਰ ਗੰਡਾ ਸਿੰਘ ਨੇ ਸਿੱਖ ਇਤਿਹਾਸ ਵਿੱਚ ਅੰਮ੍ਰਿਤਸਰ ਗਜ਼ਟੀਅਰ ਦਾ ਹਵਾਲਾ ਦਿੰਦੇ ਹੋਏ ਲਿਖਿਆ ਹੈ ਕਿ ਗੁਰੂ ਜੀ ਨੇ ਸ੍ਰੀ ਅੰਮ੍ਰਿਤਸਰ ਵਾਲੀ ਥਾਂ ਅਤੇ ਨਾਲ ਲੱਗਦੀ 500 ਵਿਗੇ ਜ਼ਮੀਨ 700 ਅਕਬਰੀ ਰੁਪਏ ਦੇ ਕੇ ਜਾਗੀਰ ਵਜੋਂ ਲਈ, ਨਵਾਂ ਨਗਰ ਵਸਾਇਆ ਅਤੇ ਨਾਮ ਗੁਰੂ ਕਾ ਚੱਕ ਰੱਖਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਨੇ ਗੁਰਿਆਈ ਦੇ ਤਿਲਕ ਮਿਲਣ ਤੋਂ ਬਾਅਦ ਗੁਰੂ ਅਮਰਦਾਸ ਜੀ ਦੇ ਹੁਕਮ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਆਉਣਾ ਕੀਤਾ ਹੈ, ਕਿਉਂਕਿ ਇੱਥੇ ਸਭ ਤੋਂ ਪਹਿਲਾਂ ਫਿਰ ਰਿਹਾਇਸ਼ ਚਾਹੀਦੀ ਹੈ। ਤਾਂ ਸਤਿਗੁਰੂ ਜੀ ਨੇ ਜਿੱਥੇ ਅੱਜ ਗੁਰੂ ਕਾ ਮਹਿਲ ਅਸਥਾਨ ਹੈ, ਇਸ ਅਸਥਾਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਚੋਣ ਕੀਤੀ ਰਿਹਾਇਸ਼ ਦੀ। ਸਭ ਤੋਂ ਪਹਿਲਾਂ ਜੇਕਰ ਆਉਂਦਾ ਇੱਕ ਛੱਪਰੀ ਬਣਾਈ ਹੈ। ਹੌਲੀ ਹੌਲੀ ਇਹ ਅਸਥਾਨ ਜਿੱਥੇ ਗੁਰੂ ਜੋਤ 58 ਸਾਲ ਵਿਚਰੀ ਹੈ, 58 ਸਾਲ ਗੁਰੂ ਰਾਮਦਾਸ ਜੀ ਤੋਂ ਲੈ ਕਰਕੇ ਗੁਰੂ ਜੋਤ ਨੇ ਇੱਥੇ ਆਪਣੇ ਪਰਿਵਾਰ ਸਮੇਤ ਨਿਵਾਸ ਰੱਖਿਆ ਗੁਰੂ ਕੇ ਮਹਿਲ। ਉਹ ਅਸਥਾਨ ਵੀ ਗੁਰੂ ਰਾਮਦਾਸ ਜੀ ਨੇ ਸਥਾਪਿਤ ਕੀਤਾ। ਇਸੇ ਅਸਥਾਨ ਤੇ ਹੀ ਨਾਵੇਂ ਪਾਤਸ਼ਾਹ ਤੇਗ ਬਹਾਦਰ ਸਿਮਰਿਆ ਹੈ, ਘਰ ਨਾਉਣੇ ਦੇ ਆਵੈ ਧਾਏ, ਸਭ ਥਾਈ ਹੋਏ ਸਹਾਏ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਗੁਰੂ ਕੇ ਮਹਿਲ ਪਾਵਨ ਅਸਥਾਨ ਤੇ। ਸਤਿਗੁਰੂ ਜੀ ਨੇ ਇਹ ਅਸਥਾਨ ਤੇ ਰਹਿ ਕਰਕੇ ਫਿਰ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਦੇ ਹੁਕਮ ਅਨੁਸਾਰ ਹੀ ਜਿਹੜਾ ਅੰਮ੍ਰਿਤਸਰ ਸਰੋਵਰ ਹੈ, ਇਸ ਦੀ ਖੁਦਵਾਈ ਸ਼ੁਰੂ ਕਰਵਾਈ ਸੀ। ਸ੍ਰੀ ਗੁਰੂ ਰਾਮਦਾਸ ਜੀ ਨੇ ਪਰਿਵਾਰ ਦੇ ਨਿਵਾਸ ਲਈ ਮਕਾਨ ਬਣਵਾਏ ਜੋ ਗੁਰੂ ਕੇ ਮਹਿਲ ਦੇ ਨਾਮ ਨਾਲ ਪ੍ਰਸਿੱਧ ਹੋਏ। ਗੁਰੂ ਕੇ ਮਹਿਲ ਦੇ ਆਲੇ ਦੁਆਲੇ ਅਤੇ ਹੋਰ ਉਸਾਰੀ ਅਧੀਨ ਅਸਥਾਨਾਂ ਦੇ ਨਜ਼ਦੀਕ ਗੁਰੂ ਘਰ ਦੇ ਮੁਖੀ ਸਿੱਖਾਂ, ਕਾਮਿਆਂ, ਪ੍ਰੇਮੀਆਂ ਅਤੇ ਕਾਰੀਗਰਾਂ ਲਈ ਵੀ ਮਕਾਨ ਤਿਆਰ ਕਰਵਾਏ ਗਏ। ਮੌਜੂਦਾ ਸਮੇਂ ਵਿੱਚ ਇਹ ਅਸਥਾਨ ਸ੍ਰੀ ਦਰਬਾਰ ਸਾਹਿਬ ਤੋਂ ਲਗਭਗ 800 ਮੀਟਰ ਦੀ ਦੂਰੀ ਤੇ ਗੁਰੂ ਕਾ ਬਾਜ਼ਾਰ ਲੰਘਣ ਉਪਰੰਤ ਆਉਂਦਾ ਹੈ ਅਤੇ ਇੱਥੇ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਸ਼ੁਭਾਇਮਾਨ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਆਦੇਸ਼ ਅਨੁਸਾਰ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਇਸ ਪਵਿੱਤਰ ਸਥਾਨ ਤੇ ਟਾਹਲੀ ਦੇ ਬ੍ਰਿਸ਼ ਦੇ ਨਜ਼ਦੀਕ ਸਰੋਵਰ ਲਈ ਥਾਂ ਨਿਸ਼ਚਿਤ ਕੀਤੀ ਅਤੇ ਸਰੋਵਰ ਦਾ ਟੱਕ ਲਾਇਆ। ਬਹੁਤ ਸਾਰੇ ਮਜ਼ਦੂਰਾਂ ਅਤੇ ਸੰਗਤਾਂ ਨੇ ਸਰੋਵਰ ਦੀ ਕਾਰ ਸੇਵਾ ਆਰੰਭ ਕਰ ਦਿੱਤੀ। ਸੰਤੋਖਸਰ ਸਰੋਵਰ ਅਜੇ ਅਧੂਰਾ ਹੀ ਸੀ ਕਿ ਆਪ ਜੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਚਲੇ ਗਏ। ਬਾਅਦ ਵਿੱਚ ਆਪ ਜੀ ਨੇ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਦੀ ਆਰੰਭਤਾ ਕਰ ਦਿੱਤੀ ਅਤੇ ਸ੍ਰੀ ਸੰਤੋਖਸਰ ਸਾਹਿਬ ਦੇ ਕਾਰਜ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਅਦ ਵਿੱਚ ਸੰਪੂਰਨ ਕਰਵਾਇਆ। ਗੁਰੂ ਸਾਹਿਬ ਜੀ ਨੇ ਆਪ ਜੀ ਨੂੰ ਸੰਤੋਖਸਰ ਸਾਹਿਬ ਦੇ ਪੂਰਬ ਵੱਲ ਇੱਕ ਹੋਰ ਸਰੋਵਰ ਤਿਆਰ ਕਰਨ ਦਾ ਆਦੇਸ਼ ਦਿੱਤਾ। ਸ੍ਰੀ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਰੋਵਰ ਦਾ ਟੱਕ ਲਗਾਇਆ ਅਤੇ ਸੰਗਤ ਵੱਲੋਂ ਸਰੋਵਰ ਦੀ ਕਾਰ ਸੇਵਾ ਆਰੰਭ ਕਰ ਦਿੱਤੀ ਗਈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਮੰਨ ਕੇ ਜਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਵਸਾਇਆ, ਜਿਸ ਦਾ ਪਹਿਲਾ ਨਾਮ ਚੱਕ ਗੁਰੂ ਕਾ ਰਾਮਦਾਸ ਜੀ। ਸੱਚੇ ਪਾਤਸ਼ਾਹ ਜੀ ਨੇ ਸਰੋਵਰ ਦੀ ਖੁਦਵਾਈ ਵੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਰਵਾਈ, ਜਿਸ ਦੀ ਗਵਾਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਭਰਦੇ ਹਨ ਕਿ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ
ਸਤਿਗੁਰੂ ਕਹਾਵੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਹੁਤ ਵੱਡੀ ਸਿੱਖ ਪੰਥ ਨੂੰ ਦੇਣ ਹੈ। ਅੱਜ ਵੀ ਇਸ ਅਸਥਾਨ 'ਤੇ ਦੂਰੋਂ ਨੇੜਿਓਂ ਚੱਲ ਕੇ ਜੋ ਵੀ ਮਾਈ ਭਾਈ ਆਉਂਦਾ, ਉਹ ਕੋਈ ਵੀ ਕਾਮਨਾ ਲੈ ਕਰਕੇ ਆਉਂਦਾ, ਪਰ ਜਦੋਂ ਉਸ ਨੂੰ ਜਾਣ ਲੱਗਿਆਂ ਪੁੱਛੀਦਾ ਤੇ ਉਹ ਖੁਸ਼ ਜਾਂਦਾ। ਉਹ ਕਹਿੰਦਾ ਕਿ ਜੋ ਵੀ ਅਸੀਂ ਮਨ ਦਾ ਮਨੋਰਥ ਲੈ ਕੇ ਆਏ ਸਾਂ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡਾ ਪੂਰਾ ਕਰ ਦਿੱਤਾ। ਅੰਮ੍ਰਿਤਸਰ ਸਰੋਵਰ ਦੀ ਸੇਵਾ ਸਤਿਗੁਰੂ ਜੀ ਨੇ ਕਰਾਈ ਹੈ। ਇਹਦਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਨੇ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਪ੍ਰੈਜੈਂਟ ਸ਼ਬਦ ਵਰਤਿਆ, ਵਰਤਮਾਨ ਸ਼ਬਦ ਵਰਤਿਆ ਸਤਿਗੁਰੂ ਜੀ ਨੇ ਕਿ ਅੱਜ ਵੀ ਸਤਿਗੁਰੂ ਮਹਾਰਾਜ ਪ੍ਰਤੱਖ ਵਰਤ ਰਹੇ ਨੇ। ਤੇ ਪੂਰਨ ਤਾਲ ਖਟਾਇਆ, ਪੂਰਾ ਅੰਮ੍ਰਿਤ ਸਰੋਵਰ ਧੰਨ ਗੁਰੂ ਰਾਮਦਾਸ ਜੀ ਦੀ ਹਯਾਤੀ ਦੇ ਵਿੱਚ ਹੋਂਦ ਵਿੱਚ ਆ ਗਿਆ ਹੈਗਾ। ਸਤਿਗੁਰੂ ਮਹਾਰਾਜ ਦੇ ਸਿੱਖ ਇਸ਼ਨਾਨ ਕਰਦੇ ਆ। ਗੁਰਸੰਗਤ ਜੀਓ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਲੋਕਾਈ ਉੱਤੇ ਬਹੁਤ ਮਹਾਨ ਪਰਉਪਕਾਰ ਕਰਦਿਆਂ ਹੋਇਆਂ ਇਹ ਪਾਵਨ ਪਵਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਰਾਜ ਤੀਰਥ ਨਗਰੀ ਨੂੰ ਵਸਾਉਣਾ ਕੀਤਾ। ਔਰ ਬਹੁਤ ਵੱਡਾ ਪਰਉਪਕਾਰ ਕਰਦਿਆਂ ਹੋਇਆਂ 52 ਤਰ੍ਹਾਂ ਦੇ ਕਿੱਤਾਕਾਰਾਂ ਨੂੰ ਲਿਆ ਕੇ ਆਪਣੇ ਕੋਲੋਂ ਪੈਸੇ ਦੇ ਕੇ ਉਹਨਾਂ ਨੂੰ ਇੱਥੇ ਵਸਾ ਕੇ ਉਹਨਾਂ ਦੇ ਕਾਰੋਬਾਰ ਜਿਹੜੇ ਕੰਮਕਾਰ ਸਨ ਉਹ ਚਾਲੂ ਕਰਵਾਏ ਔਰ ਉਹਨਾਂ ਨੂੰ ਇੱਥੇ ਲਿਆ ਕੇ ਵਸਾਉਣਾ ਕੀਤਾ। ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਸ੍ਰੀ ਗੁਰੂ ਰਾਮਦਾਸ ਜੀ ਗੁਰੂ ਸਾਹਿਬ ਜੀ ਦੇ ਆਦੇਸ਼ ਅਨੁਸਾਰ ਪਰਿਵਾਰ ਸਮੇਤ ਗੁਰੂ ਕਾ ਚੱਕ ਵਿਖੇ ਆਣ ਵਸੇ। ਇੱਥੇ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਉਣੀਆਂ ਸ਼ੁਰੂ ਹੋ ਗਈਆਂ। ਦੂਰ ਦੁਰਾਡੇ ਤੋਂ ਪਰਿਵਾਰ ਵੀ ਆਣ ਕੇ ਇੱਥੇ ਵਸਣ ਲੱਗੇ। ਸ੍ਰੀ ਗੁਰੂ ਰਾਮਦਾਸ ਜੀ ਨੇ ਨਵੇਂ ਉਸਾਰੇ ਨਗਰ ਵਿੱਚ ਰਵਾਇਤੀ 52 ਕਿੱਤਾਕਾਰਾਂ ਨੂੰ ਲਿਆ ਕੇ ਵਸਾਇਆ ਅਤੇ ਗੁਰੂ ਕਾ ਬਾਜ਼ਾਰ ਨਾਮਕ ਬਾਜ਼ਾਰ ਸਥਾਪਿਤ ਕੀਤਾ, ਜੋ ਮੌਜੂਦਾ ਸਮੇਂ ਵਿੱਚ ਸ਼ਹਿਰ ਦਾ ਸਭ ਤੋਂ ਵੱਡਾ ਅਤੇ ਕੀਮਤੀ ਵਪਾਰਕ ਕੇਂਦਰ ਹੈ। ਇੱਥੇ ਹਰ ਪੇਸ਼ੇ ਦੇ ਹੁਨਰਮੰਦ ਲੋਕ, ਕਾਰੀਗਰ ਤੇ ਮਜ਼ਦੂਰ ਆ ਕੇ ਵਸ ਗਏ, ਜਿਸ ਕਾਰਨ ਰਾਮਦਾਸਪੁਰ ਦੀ ਵਸੋਂ ਵਿੱਚ ਕਾਫੀ ਵਾਧਾ ਹੋਇਆ। ਗੁਰੂ ਦਰਬਾਰ ਵਿੱਚ ਹਾਜ਼ਰ ਹੋਣ ਵਾਲੀਆਂ ਸੰਗਤਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਸੀ। ਨਗਰ ਦੀ ਉਸਾਰੀ ਅਤੇ ਅੰਮ੍ਰਿਤਸਰ ਸਰੋਵਰ ਦੀ ਖੁਦਵਾਈ ਦਾ ਕੰਮ ਜਾਰੀ ਸੀ। ਇਹਨਾਂ ਸਾਰੇ ਕਾਰਜਾਂ ਨੂੰ ਨਿਯਮਤ ਰੂਪ ਵਿੱਚ ਕਰਨ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਆਪ ਜੀ ਨੇ ਪ੍ਰਤੀਨਿਧੀ ਸਿੱਖਾਂ ਨੂੰ ਪ੍ਰਚਾਰਕ ਭਾਵ ਮਸੰਦ ਥਾਪਿਆ, ਜੋ ਕਿ ਸਿੱਖਾਂ ਤੋਂ ਦਸਵੰਧ ਅਤੇ ਕਾਰਪੇਟਾ ਉਗਰਾਉਣ ਦੀ ਜ਼ਿੰਮੇਵਾਰੀ ਦੇ ਨਾਲ ਗੁਰੂ ਘਰ ਦਾ ਪ੍ਰਚਾਰ ਪ੍ਰਸਾਰ ਕਰਦੇ। ਇਹ ਮਸੰਦ ਪ੍ਰਥਾ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਚਲਾਈ ਮੰਜੀ ਪ੍ਰਥਾ ਦਾ ਹੀ ਵਿਕਸਿਤ ਰੂਪ ਸੀ। ਨਿਤਨੇਮ ਦੀ ਮਰਿਆਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਆਰੰਭ ਹੋ ਗਈ ਸੀ, ਪਰੰਤੂ ਇਸ ਨੂੰ ਹੋਰ ਵਿਸਥਾਰ ਦਿੰਦਿਆਂ ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਦੇ ਅਨੁਯਾਈਆਂ ਨੂੰ ਇੱਕ ਮਰਿਆਦਾ ਵਿੱਚ ਰੱਖਣ ਲਈ ਰੋਜ਼ਾਨਾ ਦੀ ਮਰਿਆਦਾ ਨਿਰਧਾਰਿਤ ਕਰ ਦਿੱਤੀ, ਜੋ ਸ੍ਰੀ ਗੁਰੂ ਰਾਮਦਾਸ ਜੀ ਦੀ ਗੁਰਬਾਣੀ ਵਿੱਚ ਵੀ ਦਰਜ ਹੈ। ਚੌਥੇ ਜਾਮੇ ਦੇ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹੀ ਇਸ ਸ਼ਬਦ ਦੀ ਡੈਫੀਨੇਸ਼ਨ ਅੰਕਿਤ ਕਰ ਦਿੱਤੀ ਵੀ ਸਿੱਖ ਕੌਣ ਹੁੰਦਾ। ਸਿੱਖਾਂ ਨੇ ਪੁੱਛਿਆ ਸੀ ਵੀ ਸੱਚੇ ਪਾਤਸ਼ਾਹ ਜੀ ਸਿੱਖ ਕੌਣ ਹੁੰਦਾ, ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉਹ ਸ਼ਬਦ ਉਚਾਰਨ ਕੀਤਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਤੇ ਆਵੇ। ਅਸਲ ਦੇ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਸਾਡੇ ਵਾਸਤੇ ਪੂਰਨੇ ਪਾਏ ਆ ਵੀ ਜੋ ਬਾਣੀ ਪੜ੍ਹਦਾ, ਨਿਤਨੇਮ ਕਰਦਾ, ਸਿਮਰਨ ਕਰਦਾ, ਸਿੱਖ ਹੋਇਆ। ਜਿਹੜਾ ਬਾਣੀ ਨਾਲ ਨਹੀਂ ਜੁੜਿਆ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਨਹੀਂ ਜੁੜਿਆ, ਉਹ ਸਿੱਖ ਨਹੀਂ। ਸੋ ਭਲ ਕੇ ਉਠ ਹਰ ਨਾਮ ਤੇ ਆਵੇ। ਸਿੱਖ ਵਾਸਤੇ ਨਿਤਨੇਮ ਕਿੰਨਾ ਜ਼ਰੂਰੀ ਹੈ। ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਉਸਨੇ ਨਿਤਾ ਪ੍ਰਤੀ ਕਰਨਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਾਨੂੰ ਹੁਕਮ ਲਾਇਆ ਤੇ ਉਦਮ ਕਰੇ ਭਲ ਕੇ ਪ੍ਰਭਾਤੀ, ਕਿਉਂਕਿ ਇਹ ਅੰਮ੍ਰਿਤ ਵੇਲਾ ਹਰੇਕ ਮਾਈ ਭਾਈ ਉੱਠ ਨਹੀਂ ਸਕਦਾ, ਤੇ ਸੱਚੇ ਪਾਤਸ਼ਾਹ ਜੀ ਨੇ ਨਾਲ ਫਿਰ ਹੁਕਮ ਲਾਇਆ ਵੀ ਉਦਮ ਕਰਨਾ। ਉਦਮ ਕੀਤੇ ਤੋਂ ਬਗੈਰ ਤੁਸੀਂ ਅੰਮ੍ਰਿਤ ਵੇਲੇ ਉੱਠ ਨਹੀਂ ਸਕਦੇ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਸਨੂੰ ਦਇਆਲ ਹੋਵੈ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰ ਉਪਦੇਸ਼ ਸੁਣਾਵੈ।
ਜਨ ਨਾਨਕ ਧੂਰ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਮੰਨੋ ਕਿ ਸਾਰੀ ਬਾਣੀ ਦਾ ਨਿਚੋੜ ਰੂਪ ਜਿਹੜਾ ਹੈ ਗੁਰਸਿੱਖ ਦੇ ਜੀਵਨ ਦੀ ਨਿਤ ਕਰਨੀ, ਨਿਤ ਦਾ ਨਿਯਮ, ਇਹ ਸਤਿਗੁਰੂ ਮਹਾਰਾਜ ਨੇ ਇਸ ਪਾਵਨ ਸ਼ਬਦ ਅੰਦਰ ਫਰਮਾਨ ਕੀਤਾ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਗੁਰਸਿੱਖਾਂ ਦੇ ਆਨੰਦ ਕਾਰਜ ਦੀ ਮਰਿਆਦਾ ਨਿਸ਼ਚਿਤ ਕਰਨ ਲਈ ਸ੍ਰੀ ਗੁਰੂ ਰਾਮਦਾਸ ਜੀ ਨੇ ਸੂਹੀ ਰਾਗ ਵਿੱਚ 4 ਲਾਵਾਂ ਵੀ ਉਚਾਰੀਆਂ। ਇੱਕ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਮੇਰੇ ਪੁੱਤਰੀ ਦਾ ਕਾਰਜ ਹੈ, ਮੈਂ ਬ੍ਰਾਹਮਣ ਨੂੰ ਬੁਲਾਇਆ ਸੀ, ਪਰ ਸਤਿਗੁਰੂ ਐਨ ਮੌਕੇ ਆ ਕੇ ਉਸਨੇ ਪਹਿਲਾਂ 25 ਰੁਪਏ ਕਾਰਮੇ ਸਨ। ਉਹਨਾਂ ਸਮਿਆਂ 'ਚ 25 ਰੁਪਏ ਦੀ ਬੜੀ ਕੀਮਤ ਹੁੰਦੀ, ਆਮ ਮਨੁੱਖ ਦੇ ਲਈ ਬੜੀ ਮੁਸ਼ਕਲ ਸੀ। ਸਤਿਗੁਰੂ ਐਨ ਮੌਕੇ ਆ ਕੇ ਉਹ ਮੁੱਕਰ ਗਿਆ, ਕਹਿੰਦਾ ਕਿ ਜੇ 50 ਰੁਪਏ ਦੇਂਗਾ ਤਾਂ ਮੈਂ ਤੇਰੀ ਲੜਕੀ ਦਾ ਕਾਰਜ ਕਰਾਵਾਂਗਾ। ਤੇ ਸਤਿਗੁਰੂ ਜਿੱਥੇ ਤੁਸੀਂ ਸਿੱਖਾਂ ਨੂੰ ਇਹਨਾਂ ਬ੍ਰਾਹਮਣਾਂ ਦੇ ਚੁੰਗਲ 'ਚੋਂ ਕੱਢਿਆ, ਹੁਣ ਇਹ ਵੀ ਕਿਰਪਾ ਕਰੋ। ਤਾਂ ਦੁੱਖ ਭੰਜਣੀ ਬੇਰ ਸਾਹਿਬ ਬੈਠ ਕਰਕੇ ਸਤਿਗੁਰੂ ਜੀ ਨੇ ਪਾਵਨ ਬਾਣੀ ਲਾਵਾਂ ਸੂਹੀ ਮਹੱਲਾ ਚੌਥਾ, ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਸਤਿਗੁਰੂ ਜੀ ਨੇ 4 ਲਾਵਾਂ ਉਚਾਰਨ ਕੀਤੀਆਂ। ਹੁਕਮ ਹੋਇਆ ਕਿ ਅੱਜ ਤੋਂ ਬਾਅਦ ਹਰ ਸਿੱਖ ਇਹਨਾਂ ਲਾਵਾਂ ਦੇ ਨਾਲ ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਨਾਲ ਆਨੰਦ ਕਾਰਜ ਕਰਵਾਇਆ ਕਰਨਗੇ। ਸਤਿਗੁਰੂ ਜੀ ਨੇ ਮਹਾਨ ਸਾਡੇ ਤੇ ਵੱਡਾ ਪਰਉਪਕਾਰ ਕੀਤਾ। ਗੁਰਤਾ ਗੱਦੀ ਦੀ ਗੁਰਿਆਈ ਤਖਤ ਦੀ ਬਖਸ਼ਿਸ਼ ਤੋਂ ਉਪਰੰਤ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੇਅੰਤ ਗੁਰਬਾਣੀ ਉਚਾਰਨ ਕੀਤੀ, ਜਿਸ ਦੇ ਵਿੱਚ ਸਭ ਤੋਂ ਵੱਡੀ ਦੇਣ ਜੋ ਲਾਵਾਂ ਦਾ ਪਾਠ ਸੂਹੀ ਮਹੱਲਾ ਚੌਥਾ ਵਿੱਚ, ਜੋ ਅੱਜ ਵੀ ਅਸੀਂ ਹਰੇਕ ਗੁਰਸਿੱਖ ਗੁਰੂ ਨਾਨਕ ਨਾਮ ਲੇਵਾ ਸਿੱਖ ਜਦੋਂ ਆਪਣੇ ਬੱਚੇ ਬੱਚੀਆਂ ਦੇ ਆਨੰਦ ਕਾਰਜ ਕਰਦਾ ਤੇ ਉਸ ਬਾਣੀ ਦੇ ਪਾਠ ਦੇ ਨਾਲ ਪ੍ਰਕਰਮਾ ਕਰਕੇ ਜੋ ਮਰਿਆਦਾ ਚੱਲ ਰਹੀ ਸਿੱਖ ਧਰਮ ਵਿੱਚ ਉਸ ਅਨੁਸਾਰ ਕੀਤਾ ਜਾਂਦਾ, ਇੱਕ ਬਹੁਤ ਵੱਡੀ ਦੇਣ ਹੈ। ਉਸ ਤੋਂ ਪਹਿਲਾਂ ਕੋਈ ਪਰਪੱਕ ਮਰਿਆਦਾ ਨਹੀਂ ਸੀ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਰਾਗ ਤੋਂ ਲੈ ਕੇ ਪ੍ਰਭਾਤੀ ਰਾਗ ਤੱਕ ਸਾਰੇ ਹੀ 30 ਰਾਗਾਂ ਵਿੱਚ ਅੰਮ੍ਰਿਤ ਰੂਪ ਬਾਣੀ ਉਚਾਰਨ ਕੀਤੀ। ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨ ਦਾ ਉਪਦੇਸ਼ ਆਪ ਜੀ ਨੇ ਬਖਸ਼ਿਸ਼ ਕੀਤਾ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵੱਖੋ ਵੱਖਰੇ ਰਾਗਾਂ ਵਿੱਚ 22 ਵਾਰਾਂ ਦਰਜ ਹਨ, ਉਹਨਾਂ ਵਿੱਚੋਂ 8 ਵਾਰਾਂ ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀਆਂ। ਰਾਗਾਂ ਵਿੱਚ ਜਿਹੜੇ ਸ਼ਬਦ ਦੁਪਦੇ, ਤਿਪਦੇ, ਚੌਪਦੇ, ਅਸ਼ਟਪਦੀਆਂ ਇਤਿਆਦਿਕ ਉਚਾਰੇ, ਉਹਨਾਂ ਤੋਂ ਇਲਾਵਾ 7 ਵਾਰਾਂ ਦੇ ਵਿੱਚ 103 ਸ਼ਲੋਕ ਆਪ ਜੀ ਨੇ ਉਚਾਰਨ ਕੀਤੇ ਤੇ ਜਿਹੜੀਆਂ 8 ਵਾਰਾਂ ਆਪ ਜੀ ਨੇ ਉਚਾਰਨ ਕੀਤੀਆਂ, ਉਹਨਾਂ 8 ਵਾਰਾਂ ਵਿੱਚ ਕੁੱਲ 183 ਪੌੜੀਆਂ ਆਪ ਜੀ ਨੇ ਉਚਾਰਨ ਕੀਤੀਆਂ। ਇਹਨਾਂ ਤੋਂ ਇਲਾਵਾ ਸ਼ਲੋਕ ਵਾਰਾਂ ਤੇ ਵਧੇਕ ਇਹ 30 ਸ਼ਲੋਕ ਹਨ, ਜੋ ਸਾਡੀ ਸੰਸਾਰਕ ਤੇ ਅਧਿਆਤਮਿਕ ਦੋਨਾਂ ਪੱਖਾਂ ਤੋਂ ਹੀ ਰਹਿਨੁਮਾਈ ਕਰਦੇ ਨੇ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕੀ ਪਾਵਨ ਬਾਣੀ ਵਿੱਚ ਕਾਵ ਦੇ ਪੱਖ ਤੋਂ ਇੱਕ ਇਹ ਵੀ ਵਿਸ਼ੇਸ਼ਤਾ ਹੈ ਕਿ ਆਪ ਜੀ ਕੇ ਸ਼ਬਦਾਂ ਦੇ ਵਿੱਚ ਬਹੁਤਾਤ ਜੋ ਪੰਕਤੀਆਂ ਦਾ ਤੁਕਾਂਤ ਹੈ, ਉਹ ਸਾਰਾ ਹੀ ਆਪਸ ਦੇ ਵਿੱਚ ਮਿਲਦਾ ਹੈ। ਆਪ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਲਈ ਚੁਣਿਆ ਅਤੇ ਆਪਣਾ ਅੰਤਿਮ ਸਮਾਂ ਨੇੜੇ ਜਾਣ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਚਲੇ ਗਏ, ਜਿੱਥੇ ਆਪ ਜੀ ਨੇ ਲੰਮਾ ਸਮਾਂ ਸ੍ਰੀ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਵਿੱਚ ਬਿਤਾਇਆ ਸੀ ਅਤੇ ਇੱਥੇ ਹੀ ਭਾਦੋਂ ਸੁਦੀ 3 ਸੰਮਤ 1638 1581 ਈਸਵੀ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਪ ਜੋਤੀ ਜੋਤ ਸਮਾਏ। ਆਪ ਜੀ ਵੱਲੋਂ ਕੀਤੇ ਕਾਰਜਾਂ ਵਿੱਚ ਅੰਮ੍ਰਿਤਸਰ ਸਰੋਵਰ ਅਤੇ ਨਗਰ ਦੀ ਸਥਾਪਨਾ ਸਿੱਖ ਸਮਾਜ ਲਈ ਬਹੁਤ ਹੀ ਮਹੱਤਵਪੂਰਨ ਸਾਬਤ ਹੋਈ ਅਤੇ ਇਹ ਸਿੱਖਾਂ ਦਾ ਕੇਂਦਰੀ ਧਾਰਮਿਕ ਅਸਥਾਨ ਬਣਿਆ। ਸਤਿਗੁਰਾਂ ਨੇ ਹੁਕਮ ਕੀਤਾ ਵੀ ਕਲਯੁਗ ਦੇ ਵਿੱਚ ਬੁੱਧਾਂ ਮੋਟੀਆਂ ਹਨ, ਅਕਲਾਂ ਛੋਟੀਆਂ ਹਨ, ਉਮਰਾਂ ਛੋਟੀਆਂ ਹਨ। ਇਸ ਕਰਕੇ ਇਹੋ ਜਿਹਾ ਸਥਾਨ ਕਾਇਮ ਕਰੋ ਜੋ ਥੋੜ੍ਹਾ ਜਿਹਾ ਭਜਨ ਸਿਮਰਨ ਕਰਨ ਦੇ ਨਾਲ ਬਹੁਤਾ ਲਾਭ ਪ੍ਰਾਪਤ ਹੋਵੇ। ਸੋ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਕਰਵਾਇਆ, ਜਿਸ ਦੀ ਮਹਿਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਿ ਨਾਨਕ ਕਸਮਲ ਜਾਏ, ਨਹਾਇਐ ਰਾਮਦਾਸ ਸਰ। ਭਾਈ ਸੱਤਾ ਜੀ ਅਤੇ ਬਲਵੰਡਾ ਜੀ ਨੇ ਰਾਮਕਲੀ ਦੀ ਵਾਰ ਵਿੱਚ ਜੋ ਗੁਰਬਾਣੀ ਉਹਨਾਂ ਨੇ ਉਚਾਰਨ ਕੀਤੀ ਹੈ ਨਾ ਜੀ,
ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਇੱਥੇ ਅੱਜ ਵੀ ਕਰਾਮਾਤ ਵਾਪਰਦੀ ਹੈ। ਉਹ ਕਰਾਮਾਤ ਕੀ ਹੈ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਿਹਰ ਰਹਿਮਤ ਵਾਪਰਦੀ ਹੈ। ਜਿਹੜਾ ਵੀ ਉਸ ਮਿਹਰ ਦਾ ਰਹਿਮਤ ਦਾ ਪਾਤਰ ਬਣ ਜਾਂਦਾ ਨਾ, ਉਹ ਭਾਵੇਂ ਲੋਕ ਦੀ ਕੋਈ ਮਨਸਾ ਲੈ ਕੇ ਆਉਂਦਾ, ਭਾਵੇਂ ਉਹ ਪਰਲੋਕ ਸੁਹੇਲਾ ਕਰਨ ਦੀ ਮਨਸਾ ਲੈ ਕਰਕੇ ਆਉਂਦਾ ਨਾ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਦੀ ਪੂਰੀ ਕਰਦੇ ਆ। ਭੱਟਾਂ ਦਾ ਇੱਕ ਸਵਈਆ ਜੀ ਭੱਟ ਜ਼ਿਕਰ ਕਰਦੇ ਹਨ, ਛੁਟਤ ਪ੍ਰਵਾਹ ਅਮੈ ਅਮਰਾਪਦ, ਅੰਮ੍ਰਿਤ ਸਰੋਵਰ ਸਦ ਭਰਿਆ, ਤੇ ਪੀਵੈ ਸੰਤ ਕਰੈ ਮਨ ਮੱਜਨ, ਪੁੱਬ ਜਿਨੋ ਸੇਵਾ ਕਰੀਆ, ਤਿਨ ਭਾਉ ਨਿਵਾਰ ਅਨਭੈ ਪਦ ਦੀਨਾ, ਸ਼ਬਦ ਮਾਤਰ ਤੇ ਉਦਰ ਧਰੇ, ਕਵ ਕਲ ਠਾਕੁਰ ਹਰਦਾਸ ਤਨੇ, ਗੁਰ ਰਾਮਦਾਸ ਸਾਰ ਅਪਾਰ ਭਰੇ। ਭੱਟ ਜੀ ਜ਼ਿਕਰ ਕਰਦੇ ਆ ਕਿ ਇਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਵਿੱਚ ਹਰ ਵੇਲੇ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ, ਜੋ ਕੀਰਤਨ ਰੂਪ ਵਿੱਚ ਹੋ ਰਹੀ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਮਿਹਰਾਂ ਦੇ ਰੂਪ ਵਿੱਚ ਹੋ ਰਹੀ ਹੈ। ਤੇ ਉਹਨਾਂ ਮਿਹਰਾਂ ਰਹਿਮਤਾਂ ਦੀ ਜੋ ਪਾਤਰਤਾ ਜੁਟਾ ਲੈਂਦਾ ਨਾ, ਭਾਵਨਾ ਨਾਲ ਸੇਵਾ ਅਤੇ ਸਿਮਰਨ ਰਾਹੀਂ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੇ ਖਾਲੀ ਹਿਰਦਿਆਂ ਨੂੰ ਨਾਮ ਰੂਪੀ ਅੰਮ੍ਰਿਤ ਜਲ ਨਾਲ ਭਰ ਦਿੰਦੇ ਹੈ। ਤੇ ਜੇ ਕੋਈ ਦੁਨਿਆਵੀ ਮੰਗ ਲੈ ਕੇ ਆਉਂਦਾ ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਦੀਆਂ ਝੋਲੀਆਂ ਭਰ ਦਿੰਦੇ। ਧੰਨ ਗੁਰੂ ਰਾਮਦਾਸ ਜੀ ਦੇ ਬਾਬਤ ਕਿੱਡੇ ਦਿਆਲੂ ਨੇ ਸਤਿਗੁਰੂ ਭੱਟ ਬੱਲ ਜੀ ਬਚਨ ਕਰਦੇ ਆ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖੇਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋਂ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵ ਨਿਧ ਪਾਵੈ, ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧੰਨ ਧੰਨ ਕਰਹੁ, ਜੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰਹੁ ਨਰਹੁ। ਗੁਰੂ ਸਾਹਿਬ ਜੀ ਨੇ ਜਿੱਥੇ ਅੰਮ੍ਰਿਤਸਰ ਨਗਰ ਦੀ ਸਥਾਪਨਾ ਦੇ ਕਾਰਜ ਨੂੰ ਸੰਪੂਰਨ ਕੀਤਾ, ਉੱਥੇ ਹੀ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਨੂੰ ਕੋਨੇ-ਕੋਨੇ ਤੱਕ ਪਹੁੰਚਾਇਆ। ਅੱਜ ਵੀ ਬੇਅੰਤ ਸੰਗਤਾਂ ਆਪ ਜੀ ਦੇ ਦਰ ਤੇ ਹਾਜ਼ਰੀ ਭਰ ਕੇ ਆਪਣੀ ਰੂਹ ਨੂੰ ਆਨੰਦਿਤ ਕਰਦੀਆਂ ਨੇ। ਸਮੁੱਚੀਆਂ ਸਿੱਖ ਸੰਗਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਆਓ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਮਨਾਉਂਦਿਆਂ ਅਸੀਂ ਆਪ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਵੀ ਪ੍ਰਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।